विश्व मनुखी अधिकार दिवस मौके सिख जथेबंदी दल खालसा ਵੱਲੋਂ ਅਹਿਮ ਕਾਨਫਰੰਸ। ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਬਿਜਲੀ ਸੋਧ ਬਿੱਲ ਖਿਲਾਫ ਰੋਸ ਪ੍ਰਦਰਸ਼ਨ। ਯੂਕਰੇਨੀ ਰਾਸ਼ਟਰਪਤੀ ਵੱਲੋਂ ਇੱਕ ਵੀ ਯੂਕਰੇਨੀ ਇਲਾਕਾ ਰੂਸ ਦੇ ਸਪੁਰਦ ਨਾ ਕਰਨ ਦਾ ਫੈਸਲਾ। ਜਦੋਂ ਆਜ਼ਾਦੀ ਦੀ ਲੜਾਈ ਲੜਨੀ ਆ ਨਾ, ਫਿਰ ਤਰਲਿਆਂ ਨਾਲ ਬੰਦੀ ਰਿਹਾ ਨਹੀਂ ਹੁੰਦੇ। ਸ਼ਰਤ ਇਹ ਹੋਵੇ ਵੀ ਉਹ ਜੰਗ ਦੇ ਕੈਦੀ ਹੋਣ, ਤੇ ਸਾਡੇ ਜੰਗ ਦੇ ਕੈਦੀ ਨੇ। ਤੇ ਇੱਕ ਖਾਲਿਸਤਾਨੀ ਹੋਣ ਦੇ ਨਾਤੇ ਸਾਨੂੰ ਇੰਡੀਆ ਦੇ ਤਰਲੇ ਨਹੀਂ ਬਲਕਿ ਸੰਘਰਸ਼ ਉਸ ਪੱਧਰ ਤੇ ਲੈ ਕੇ ਜਾਣਾ ਪਊਗਾ ਜਦੋਂ ਇੰਡੀਆ ਬਾਸ਼ਰਤ ਕਵੇ, ਬਿਨਾਂ ਕਿਸੇ ਸ਼ਰਤ ਦੇ ਕਵੇ ਕਿ ਭਾਵੇਂ ਜਗਤਾਰ ਸਿੰਘ ਹਵਾਰੇ ਨੇ ਜਿਹੜਾ ਐਕਸ਼ਨ ਕੀਤਾ ਸੀ ਉਹਦੇ 'ਚ 10 ਮਰੇਗਾ, 20 ਮਰੇਗਾ, 25 ਮਰੇ, ਕੋਈ ਸ਼ਰਤ ਨਹੀਂ। ਅੱਜ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਰਿਹਾ। ਅੱਜ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਗੁਰਦੁਆਰਾ ਰਣਜੀਤ ਐਵਨਿਊ ਵਿਖੇ ਕਾਨਫਰੰਸ ਕੀਤੀ ਗਈ। ਦਲ ਖਾਲਸਾ ਦੇ ਆਗੂਆਂ ਸਮੇਤ ਹਮਖਿਆਲੀ ਜਥੇਬੰਦੀਆਂ ਤੇ ਆਗੂਆਂ ਨੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਦੌਰਾਨ ਪੰਜਾਬ ਅਤੇ ਕੌਮ ਦੇ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਸਰਕਾਰੀ ਸ਼ਹਿ ਪ੍ਰਾਪਤ ਜਨਸੰਖਿਆ ਵਿੱਚ ਬਦਲਾਅ, ਦਰਿਆਈ ਪਾਣੀਆਂ ਦੀ ਲੁੱਟ, ਰਾਜਸੀ ਕਾਰਜਕਰਤਾਵਾਂ ਦੀਆਂ ਲੰਮੀਆਂ ਨਜ਼ਰਬੰਦੀਆਂ ਅਤੇ ਹਿਰਾਸਤੀ ਮੌਤਾਂ, ਫਰਜ਼ੀ ਮੁਕਾਬਲੇ, ਗੈਰ ਨਿਆਇਕ ਹਿਰਾਸਤਾਂ, ਪੰਜਾਬ ਦੀ ਅੰਦਰੂਨੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰਨਾ ਅਤੇ ਹੱਕ ਸੱਚ ਦੀਆਂ ਆਵਾਜ਼ਾਂ ਨੂੰ ਕੁਚਲਣਾ ਆਦਿ ਇਸ ਕਾਨਫਰੰਸ ਦੇ ਅਹਿਮ ਮੁੱਦੇ ਰਹੇ। ਕਾਨਫਰੰਸ ਦੌਰਾਨ ਕਸ਼ਮੀਰ ਤੋਂ ਲੈ ਕੇ ਪੰਜਾਬ ਅਤੇ ਦਿੱਲੀ ਤੱਕ ਜ਼ਮੀਰ ਦੇ ਕੈਦੀਆਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਜਾਂ ਬਿਨਾਂ ਕਿਸੇ ਟਰਾਇਲ ਦੇ ਸ਼ੁਰੂ ਹੋਣ ਦੇ ਨਜ਼ਰਬੰਦ ਹਨ, ਉਹਨਾਂ ਦਾ ਮੁੱਦਾ ਵੀ ਉਜਾਗਰ ਕੀਤਾ ਗਿਆ। UN ਦੇ 78 ਸਾਲਾਂ ਦੌਰਾਨ ਜੋ ਕੁਝ ਹੋਇਆ ਤੇ ਅੱਜ UN ਦੁਆਰਾ ਨਿਸ਼ਚਿਤ ਕੀਤਾ ਮਨੁੱਖੀ ਅਧਿਕਾਰ ਦਿਹਾੜਾ ਹੈ ਤੇ ਉਹਦੇ ਬਾਰੇ ਆਪਾਂ ਗੱਲਾਂ ਸੁਣੀਆਂ ਹਨ ਵਿਦਵਾਨਾਂ ਤੋਂ। ਮੇਰਾ ਵਿਸ਼ਾ ਹੈ ਬੰਦੀ ਸਿੰਘਾਂ ਦੀ ਬੇਕਦਰੀ, ਪਰ ਮੈਂ ਸ਼ੁਰੂ ਇੱਥੋਂ ਕਰਾਂਗਾ। ਗੱਲ ਵੈਸੇ ਹੋ ਵੀ ਗਈ ਹੈ। ਦੋ ਸਰੋਤ ਨੇ, ਇੱਕ ਹੈ ਕਵੀ ਸੈਨਾਪਤੀ, 10ਵੇਂ ਪਾਤਸ਼ਾਹ ਦਾ ਹਜ਼ੂਰੀ ਕਵੀ 52 ਕਵੀਆਂ 'ਚੋਂ, ਤੇ ਦੂਜਾ ਸਰੋਤ ਹੈ ਬਚਿੱਤਰ ਨਾਟਕ। 1975 ਤੋਂ ਪਹਿਲਾਂ, 300 ਸਾਲਾ ਸ਼ਤਾਬਦੀ ਤੋਂ ਪਹਿਲਾਂ, ਮੇਰਾ ਖਿਆਲ ਆ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਇਹ ਲਫ਼ਜ਼ ਨਹੀਂ ਸੁਣਿਆ ਹੋਣਾ ਕਿ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਸਨ। ਉਹਨਾਂ ਦੀ ਸ਼ਹਾਦਤ ਸੰਸਾਰ ਪੱਧਰੀ ਹੈ ਤੇ ਉਹਨਾਂ ਦੋਵਾਂ ਸਰੋਤਾਂ ਵਿੱਚ ਹੀ ਲਿਖਿਆ ਹੈ। ਕਵੀ ਸੈਨਾਪਤੀ ਜੀ ਲਿਖਦੇ ਹਨ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਰਬ ਸ੍ਰਿਸ਼ਟ ਪੈ ਢਾਪੀ ਚਾਦਰ। ਤੇ ਦੂਜਾ ਹੈ ਧਰਮ ਹੇਤ ਸਾਕਾ ਜਿਨ ਕੀਆ। ਉਹਨਾਂ ਦੀ ਸ਼ਹਾਦਤ ਧਰਮ ਲਈ ਸੀ। ਉਹ ਵਿਸ਼ਵ ਦੀ ਚਾਦਰ ਨੇ। ਸਰਬ ਧਰਮ ਤਹਿ ਬਚਾਇਓ। ਉਹਨਾਂ ਨੇ ਇਕੱਲਾ ਹਿੰਦੂ ਧਰਮ ਹੀ ਨਹੀਂ ਬਚਾਇਆ, ਉਹਨਾਂ ਨੇ ਸਾਰੇ ਧਰਮਾਂ ਨੂੰ ਬਚਾ ਲਿਆ। ਜਿਵੇਂ ਜ਼ੁਲਮ ਕਰਦਾ ਸੀ ਔਰੰਗਜ਼ੇਬ, ਉਸ ਤੋਂ ਬਾਅਦ ਉਹੋ ਜਿਹਾ ਜ਼ੁਲਮ ਕਿਸੇ ਕੌਮ ਦਾ ਬਲੀਆ ਮੇਟ ਕਰਨ ਵਾਲੇ ਰਾਜਨੀਤਿਕ ਤੌਰ 'ਤੇ ਦਬਾਉਣ ਦੇ ਯਤਨ ਹੋ ਰਹੇ ਆ, ਲੇਕਿਨ ਧਾਰਮਿਕ ਤੌਰ 'ਤੇ ਹੀ ਉਸ ਨੂੰ ਖਤਮ ਕਰਨ ਦੇਣ ਦਾ ਯਤਨ ਬਾਅਦ ਵਿੱਚ ਨਹੀਂ ਕਿਸੇ ਨੇ ਹੋਇਆ। ਹੁਣ ਮੈਂ ਆਉਣਾ ਆਪਣੀ ਗੱਲ, ਬੰਦੀ ਸਿੰਘਾਂ ਦੀ ਬੇਕਦਰੀ। ਮੈਨੂੰ ਇਹ ਵਿਸ਼ਾ ਦਿੱਤਾ ਗਿਆ ਹੈ। ਪਹਿਲਾਂ ਸਮਝਣਾ ਹੈ ਬੰਦੀ ਕੌਣ ਨੇ। ਬੰਦੀ ਇੱਕ ਆ ਹਵਾਲਾਤੀ ਤੇ ਇੱਕ ਆ ਸਜ਼ਾ ਯਾਫਤਾ। ਹੁਣ ਇਹਦੀ ਕਾਨੂੰਨੀ ਪ੍ਰਕਿਰਿਆ ਕੀ ਆ? ਜਦੋਂ ਕਿਸੇ ਉੱਤੇ ਕਿਸੇ ਸਟੇਟ ਦੇ ਕਾਨੂੰਨ ਦੀ ਅਵੱਗਿਆ ਕਰਨ ਦਾ ਦੋਸ਼ ਲੱਗ ਜਾਂਦਾ, ਉੱਥੋਂ ਫਿਰ ਉਹ ਪ੍ਰਕਿਰਿਆ ਸ਼ੁਰੂ ਹੁੰਦੀ ਆ। ਸਭ ਤੋਂ ਪਹਿਲਾਂ ਉਹਦੇ ਅਰੈਸਟ ਵਾਰੰਟ ਕੱਢੇ ਜਾਂਦੇ ਆ। ਪਰ ਸਾਡਾ ਕੀ ਹਾਲ ਆ? ਕਦੀ ਕਿਸੇ ਦੇ ਅਰੈਸਟ ਵਾਰੰਟ ਨਹੀਂ ਕੱਢੇ ਗਏ। ਹਾਂ, ਸੰਤ ਜਰਨੈਲ ਸਿੰਘ ਦੇ ਕੱਢੇ ਗਏ ਸੀ ਕਿ ਬੜੀ ਵੱਡੀ ਸ਼ਖਸੀਅਤ ਸੀ। ਵਾਰੰਟਾਂ ਤੋਂ ਬਿਨਾਂ ਹੀ ਇਲੀਗਲ ਕਸਟਡੀ ਵਿੱਚ ਲਿਆ ਜਾਂਦਾ, ਗੈਰ ਕਾਨੂੰਨੀ ਹਿਰਾਸਤ ਵਿੱਚ ਮਹੀਨਿਆਂ ਬੱਧੀ ਟਾਰਚਰ ਕੀਤਾ ਜਾਂਦਾ। ਤੇ ਉਹੋ ਜਿਹੇ ਟਾਰਚਰ ਕਰਨ ਦੇ ਤਰੀਕੇ ਅਪਣਾਏ ਜਾਂਦੇ ਆ ਜਿਹੜੇ ਬੇਰਹਿਮ ਤੇ ਕਰੂਅਲ ਨੇ। ਫਿਰ ਅਖੀਰ ਉਹਦਾ ਮੁਕਾਬਲਾ ਬਣਾ ਦਿੱਤਾ ਜਾਂਦਾ, ਜਿਹਨੂੰ
ਫੇਕ ਐਨਕਾਊਂਟਰ ਕਹਿੰਦਾ ਜਾਂਦਾ, ਝੂਠਾ ਪੁਲਿਸ ਮੁਕਾਬਲਾ, ਨਾਟਕ, ਤੇ ਫਿਰ ਲਾਵਾਰਸ ਤੇ ਅਣਪਛਾਤਾ ਕਹਿ ਕੇ ਉਹਦਾ ਕਿਸੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ। ਇਹ ਸਾਡੀ ਬੇਕਦਰੀ ਆ ਸਾਡੇ ਬੰਦੀਆਂ ਦੀ। ਕੌਣ ਕਰ ਰਹੀ ਆ? ਹਿੰਦ ਸਟੇਟ। ਇਸ ਦੀ ਮਿਸਾਲ ਆ ਸਾਹਮਣੇ ਸਾਡੇ। ਜਿਵੇਂ ਗਾਜੀ ਸਾਹਿਬ ਨੇ, ਮੈਂ ਸੁਣ ਨਹੀਂ ਸਕਿਆ ਪੂਰੀ ਗੱਲ, ਇਹਨਾਂ ਕੀਤੀ ਸੀ ਕਿ ਕਿੰਨੀ ਲਿਸਟ ਤਿਆਰ ਹੋ ਗਈ ਆ। ਉਹਦੇ ਉਸ ਲਿਸਟ ਦੇ ਵਿੱਚੋਂ ਜਿਹੜੇ CBI ਦੇ ਕੋਰਟ ਦੇ ਵਿੱਚ ਕੇਸ ਗਏ, ਮੋਹਾਲੀ ਚੱਲਦੇ ਆ, ਪਹਿਲਾਂ ਪਟਿਆਲੇ ਚੱਲਦੇ ਸੀ, ਉਹਨਾਂ ਦੀ ਰੇਸ਼ੋ ਕੀ ਆ ਸਜ਼ਾ ਦੀ? 99%। ਉਹਦੇ ਵਿੱਚੋਂ 99% ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਆ, ਤੇ 1-2 ਕੇਸ ਉਹ ਬਰੀ ਹੋਏ ਆ ਜਿਨ੍ਹਾਂ ਵਿੱਚ ਪਰਿਵਾਰ ਹੀ ਡਰ ਗਿਆ, ਦਬਾਇਆ ਗਿਆ, ਲਾਲਚ ਵਿੱਚ ਆ ਗਿਆ। ਇੱਥੋਂ ਤੱਕ ਕਿ ਕਈਆਂ ਨੇ ਲਾਲਚ ਵਿੱਚ ਆ ਕੇ ਉਸੇ ਪੁਲਿਸ ਵਿੱਚ ਨੌਕਰੀ ਲੈ ਲਈ, ਉਹਨਾਂ ਨੂੰ ਪੇਸ਼ਕਸ਼ ਕੀਤੀ, ਤੁਹਾਨੂੰ ਭਰਤੀ ਕਰ ਲੈਂਦੇ ਆ। ਮੇਰੇ ਕੋਲ ਇਹ ਵੀ ਲਿਸਟ ਆ ਸਾਡੇ ਕੋਲ। ਹੁਣ ਉਹ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਜਾਂਦੀ, ਤੇ ਜੇ ਕਿਸੇ ਦੀ ਅਰੈਸਟ ਪਾ ਵੀ ਲਈ ਜਾਂਦੀ ਆ ਤੇ ਉਹਨੂੰ ਅਰੈਸਟ ਮੀਮੋ ਨਾ ਉਹਦੀ ਬਣਾਈ ਜਾਂਦੀ ਆ। ਜਦੋਂ ਆਜ਼ਾਦੀ ਦੀ ਲੜਾਈ ਲੜਨੀ ਆ ਨਾ, ਫਿਰ ਤਰਲਿਆਂ ਨਾਲ ਬੰਦੀ ਰਿਹਾ ਨਹੀਂ ਹੁੰਦੇ। ਸ਼ਰਤ ਇਹ ਹੋਵੇ ਵੀ ਉਹ ਜੰਗ ਦੇ ਕੈਦੀ ਹੋਣ, ਤੇ ਸਾਡੇ ਜੰਗ ਦੇ ਕੈਦੀ ਨੇ, ਤੇ ਇੱਕ ਖਾਲਿਸਤਾਨੀ ਹੋਣ ਦੇ ਨਾਤੇ ਸਾਨੂੰ ਇੰਡੀਆ ਦੇ ਤਰਲੇ ਨਹੀਂ ਬਲਕਿ ਸੰਘਰਸ਼ ਉਸ ਪੱਧਰ ਤੇ ਲੈ ਕੇ ਜਾਣਾ ਪਊਗਾ ਜਿੱਦਣ ਇੰਡੀਆ ਬਾਸ਼ਰਤ ਕਵੇ, ਬਿਨਾਂ ਕਿਸੇ ਸ਼ਰਤ ਦੇ ਕਵੇ ਕਿ ਭਾਵੇਂ ਜਗਤਾਰ ਸਿੰਘ ਹਵਾਰੇ ਨੇ ਜਿਹੜਾ ਐਕਸ਼ਨ ਕੀਤਾ ਸੀ ਉਹਦੇ 'ਚ 10 ਮਰੇਗਾ, 20 ਮਰੇਗਾ, 25 ਮਰੇ, ਕੋਈ ਸ਼ਰਤ ਨਹੀਂ ਅੱਜ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਰਿਹਾ। ਸੰਘਰਸ਼ ਉੱਥੇ ਜਾਏਗਾ ਤੇ ਦੁਨੀਆ ਆਪਣੇ ਆਪ ਤੁਹਾਡੇ ਕੈਦੀ ਰਿਹਾ ਕਰਾਏਗੀ। ਸੋ ਜਿਹੜੇ ਕੈਦੀ ਨੇ ਸਾਡੇ ਭਾਈ, ਸਾਨੂੰ ਖਾਲਿਸਤਾਨੀਆਂ ਨੂੰ ਉਹਨੂੰ ਅਲੱਗ ਤਰੀਕੇ ਨਾਲ ਵੇਖਣਾ ਚਾਹੀਦਾ। ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ, ਜਿਹੜੇ ਖਾਲਿਸਤਾਨ ਦੀ ਜੰਗ ਨਹੀਂ ਲੜਦੇ ਉਹਨਾਂ ਨੂੰ ਉਹਨਾਂ ਦਾ ਕੇਸ ਅਲੱਗ ਤਰੀਕੇ ਨਾਲ ਪੁੱਟ ਕਰਨਾ ਚਾਹੀਦਾ। ਠੀਕ ਹੈ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ, ਸਭ ਕੁਝ ਕਰੋ, ਪਰ ਸਾਨੂੰ ਸਾਰਿਆਂ ਨੂੰ ਪਤਾ ਵੀ ਜਿੱਦਣ ਜੰਗ ਲੱਗੀ ਹੁੰਦੀ ਉਦੋਂ ਕੋਈ ਕਿਸੇ ਦਾ ਅਧਿਕਾਰ ਨਹੀਂ ਹੁੰਦਾ। ਉਹ ਜਿਹੜੇ 80 ਕਿਲੋ ਦੇ ਗਏ ਨਾ ਇੱਕ ਦੂਸਰੇ ਦੀਆਂ ਕੈਦਾਂ ਦੇ ਵਿੱਚ, ਤੇ 30 ਕਿਲੋ ਦੇ ਹੋ ਕੇ ਮੁੜੇ ਬਾਅਦ 'ਚ ਇਜ਼ਰਾਈਲ ਮਾਸ ਦੇ ਵਿੱਚ। ਉੱਥੇ ਕੋਈ ਨਹੀਂ ਹੁੰਦਾ ਵੀ ਦਾਲ ਸਬਜ਼ੀ ਚੰਗੀ ਮਿਲਦੀ ਕਿ ਨਹੀਂ ਮਿਲਦੀ, ਅੰਦਰ ਉਹਨੂੰ ਰੈਸਟ ਕਰਨ ਦਿੱਤੀ ਜਾਂਦੀ ਕਿ ਨਹੀਂ ਕਰਨ ਦਿੱਤੀ ਜਾਂਦੀ। ਇੱਦਾਂ ਦੇ ਕੋਈ ਦੁਨੀਆ ਦੇ ਵਿੱਚ ਕਾਨੂੰਨ ਇੰਪਲੀਮੈਂਟ ਨਹੀਂ ਹੁੰਦੇ, ਲਿਖਣ ਨੂੰ ਜੋ ਮਰਜ਼ੀ ਹੋਣ। ਤੇ ਸਾਡੇ ਜੰਗੀ ਕੈਦੀ ਦਾ ਕੰਪੈਰੀਜ਼ਨ ਅਸੀਂ ਪਤਾ ਕਿੱਥੇ ਜਾ ਕੇ ਕਰਦੇ ਹਾਂ? ਰਾਮ ਰਹੀਮ ਦੇ ਨਾਲ। ਹੱਦ ਹੀ ਹੋ ਗਈ ਸਾਡੀ, ਕੋਈ ਕੰਪੈਰੀਜ਼ਨ ਨਹੀਂਗਾ ਸਾਡਾ। ਇੰਡੀਆ ਦੇ ਕਾਨੂੰਨ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡਾ ਉਹਦੇ ਨਾਲ ਕੰਪੈਰੀਜ਼ਨ ਕਰਨਾ ਬਣਦਾ ਹੀ ਨਹੀਂ ਵੀ ਉਹਨੂੰ ਬੇਲ ਦੇ ਦਿੱਤੀ ਤੇ ਸਾਡਿਆਂ ਨੂੰ ਕਿਉਂ ਨਹੀਂ ਦਿੰਦੇ। ਭਾਈ ਉਹ ਕਿਹੜੀ ਜੰਗ ਦਾ ਕੈਦੀ ਸੀ ਜਿਹੜੀ ਉਹਨੂੰ ਬੇਲ ਦੇ ਦਿੱਤੀ ਇੰਡੀਆ ਨੇ? ਜਾਂ ਤਾਂ ਇਹ ਕਹੋ ਵੀ ਜਾਸ਼ਿਨ ਮਲਿਕ ਨੂੰ ਤੁਸੀਂ ਬੇਲ ਦੇ ਦਿੱਤੀ ਤੇ ਸਾਨੂੰ ਨਹੀਂ ਦਿੰਦੇ, ਜਿਹੜਾ ਜੰਗ ਦਾ ਕੈਦੀ ਆ ਕਸ਼ਮੀਰ ਦਾ। ਜਾਂ ਤਾਂ ਤੁਸੀਂ ਕਹੋ ਵੀ ਉਮਰ ਖਾਲਿਦ ਨੂੰ ਮਿਲ ਗਈ ਵੀ ਉਹ ਇੱਕ ਸੋਚ ਦੇ ਕਰਕੇ ਜੇਲ੍ਹ ਦੇ ਵਿੱਚ ਗਿਆ। ਅਸੀਂ ਕੇਸ ਕਿਹੜਾ ਫੜ ਲੈਂਦੇ ਹਾਂ? ਅਸੀਂ ਆਪਣੇ ਬੰਦਿਆਂ ਨੂੰ ਕਿੱਥੇ ਲੈ ਆਉਂਦੇ ਖਿੱਚ ਕੇ? ਅਸੀਂ ਆਪਣੀ ਜੰਗ ਨੂੰ ਕਿੱਥੇ ਸ਼ੋਅ ਕਰਨ ਦੇ ਵੀ ਜਿਹੜੇ ਉਹਨਾਂ ਨੇ ਕੁਝ ਐਕਸ਼ਨ ਕੀਤੇ ਆ ਕਿ ਉਹ ਆਮ ਕਤਲਾਂ ਦੀ ਕੈਟਾਗਰੀ 'ਚ ਆਉਂਦੇ ਨੇ? ਨਹੀਂ, ਜਦੋਂ ਜੰਗ ਲੱਗੀ ਹੋਵੇ ਉਹ ਉਸ ਕੈਟਾਗਰੀ 'ਚ ਆਉਂਦੇ ਨੇ। ਤੇ ਅਸੀਂ ਪੇਸ਼ ਵੀ ਉਹਨਾਂ ਨੂੰ ਉਵੇਂ ਕਰਨਾ ਤੇ ਆਪਣੇ ਸੰਘਰਸ਼ ਨੂੰ ਉੱਥੇ ਲੈ ਕੇ ਜਾਣਾ ਜਿੱਥੇ ਜਾ ਕੇ ਸਾਡੇ ਬੰਦੀ ਕੈਦੀ ਬਾਸ਼ਰਤ ਬਿਨਾਂ ਕਿਸੇ ਸ਼ਰਤ ਦੇ ਇੰਡੀਆ ਨੂੰ ਰਿਹਾ ਕਰਨੇ ਪੈਣ। ਸਾਡਾ ਕੰਮ ਉਹ ਹੋਣਾ ਚਾਹੀਦਾ। ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਅਦਾ ਕਰਕੇ ਆਈ ਸੀ ਵੀ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ ਔਰ ਅਸੀਂ ਪ੍ਰੀਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਗੈਰ ਜ਼ਬਰਦਸਤੀ ਨਹੀਂ ਲਗਵਾਵਾਂਗੇ। ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਏ ਗਏ ਆ। ਤੋ ਜੇ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ, ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀਪੇਡ ਮੀਟਰ ਆ, ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਢਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇਣੇ ਹੈਗੇ ਆ, ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ, ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ਵਿੱਚ ਬਿਜਲੀ ਸੋਧ ਬਿੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਬਿਜਲੀ ਦੇ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਦਿਆਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਚਿੱਪ ਵਾਲੇ ਮੀਟਰਾਂ ਨੂੰ ਉਤਾਰ ਕੇ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਵਾਇਆ ਗਿਆ। ਲੁਧਿਆਣਾ ਵਿੱਚ ਵੀ ਅੱਜ ਕਿਸਾਨ ਆਗੂ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਸਮਾਰਟ ਮੀਟਰ ਲਾਹੇ ਗਏ। ਉਹਨਾਂ ਕਿਹਾ ਕਿ ਇਹ ਸਮਾਰਟ ਮੀਟਰ ਨਹੀਂ ਸਗੋਂ ਚਿੱਪ ਵਾਲੇ ਮੀਟਰ ਹਨ। ਸਰਕਾਰ ਬਿਜਲੀ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ, ਜਿਸ ਕਰਕੇ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਥਾਨਕ ਲੋਕ ਵੀ ਇਸ ਦਾ ਸਾਥ ਦਿੰਦੇ ਨਜ਼ਰ ਆਏ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਬਿਜਲੀ ਮਹਿਕਮੇ ਦਾ ਨਿੱਜੀਕਰਨ ਹੋ ਗਿਆ ਤਾਂ ਗਰੀਬ ਲੋਕ ਜਿਨ੍ਹਾਂ ਤੱਕ ਬਿਜਲੀ ਪਹੁੰਚਦੀ ਹੈ ਉਹ ਪਹੁੰਚਣੀ ਬੰਦ ਹੋ ਜਾਵੇਗੀ, ਕਿਉਂਕਿ ਪ੍ਰਾਈਵੇਟ ਕੰਪਨੀਆਂ ਸਿਰਫ ਆਪਣੇ ਫਾਇਦੇ ਲਈ ਅਤੇ ਬਿੱਲ ਵਧਾਉਣ ਦੇ ਲਈ ਹੀ ਬਿਜਲੀ ਸਪਲਾਈ ਕਰਨਗੇ। ਇਹੀ ਕਾਰਨ ਹੈ ਕਿ ਉਹ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਕਿਸਾਨ ਲੋਕਾਂ ਦੇ ਭਲੇ ਦੀ ਗੱਲ ਭਾਵੇਂ ਜ਼ਰੂਰ ਕਰ ਰਹੇ ਹਨ, ਪਰ ਇਸ ਤਰ੍ਹਾਂ ਮੀਟਰ ਜੋ ਉਤਾਰੇ ਜਾ ਰਹੇ ਹਨ ਮੁੜ ਤੋਂ ਮੀਟਰ ਕਿਵੇਂ ਲੱਗਣਗੇ। ਜੇਕਰ ਕਿਸਾਨ ਜਥੇਬੰਦੀਆਂ ਇਸ ਗੱਲ ਦੀ ਜ਼ਿੰਮੇਵਾਰੀ ਚੁੱਕਦੀਆਂ ਹਨ ਤਾਂ ਠੀਕ ਹੈ, ਨਹੀਂ ਤਾਂ ਇਸ ਨਾਲ ਵੀ ਗਰੀਬਾਂ ਦਾ ਨੁਕਸਾਨ ਹੀ ਹੋਵੇਗਾ। ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਲਗਾਤਾਰ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਸੰਘਰਸ਼ਰਤ ਹੈਗਾ ਔਰ 5 ਦਸੰਬਰ ਨੂੰ 2 ਘੰਟੇ ਦਾ ਰੇਲ ਰੋਕੋ ਉਹਦੇ ਤੇ ਜਿਵੇਂ ਸਰਕਾਰ ਨੇ ਜ਼ਬਰ ਕੀਤਾ, ਜ਼ਬਰ ਦੇ ਬਾਵਜੂਦ ਹਜ਼ਾਰਾਂ ਕਿਸਾਨ ਜਨਤਾ ਰੇਲ ਟਰੈਕਾਂ ਤੇ ਬਹਿ ਕੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾ ਕਰਕੇ ਇਸ ਮੁੱਦੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਈ। ਔਰ ਸੈਕੰਡ ਫੇਸ ਦੇ ਵਿੱਚ ਅਸੀਂ ਜਿਹੜੇ ਪ੍ਰੀਪੇਡ ਮੀਟਰ ਆ, ਜਿਹਨੂੰ ਅਸੀਂ ਚਿੱਪ ਵਾਲੇ ਮੀਟਰ ਕਹਿੰਦੇ ਆ, ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਅਦਾ ਕਰਕੇ ਆਈ ਸੀ ਵੀ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ ਔਰ ਅਸੀਂ ਪ੍ਰੀਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਗੈਰ ਜ਼ਬਰਦਸਤੀ ਨਹੀਂ ਲਗਵਾਵਾਂਗੇ। ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਏ ਗਏ ਆ ਔਰ ਜਿਹੜਾ 30 ਨਵੰਬਰ ਤੱਕ ਦਾ ਸਮਾਂ ਸੀਗਾ ਵੀ ਪੰਜਾਬ ਸਰਕਾਰ ਇਸ ਜਿਹੜਾ ਬਿਜਲੀ ਸੋਧ ਬਿੱਲ 2025 ਦਾ ਖਲੜਾ ਵਾ ਉਹਨੂੰ ਅਪੋਜ਼ ਕਰੇ, ਨਹੀਂ ਕੀਤਾ। ਉਹਨਾਂ ਨਾਲ ਚੁੱਪੀ ਰਲ ਕੇ ਚੱਲੇ ਹੈ ਔਰ ਹੁਣ ਲਗਾਤਾਰ ਕੈਮਮ ਚੈਪਟਰ ਪੰਜਾਬ ਸਾਰੇ ਖਪਤਕਾਰਾਂ ਨੂੰ ਆਹਵਾਨ ਕਰ ਰਿਹਾ ਔਰ ਆਪਣੀਆਂ ਸਾਰੀਆਂ ਤਮਾਮ ਜਥੇਬੰਦੀਆਂ ਜਿਹੜੀਆਂ ਇਸ ਫੋਰਮ ਵਿੱਚ ਸ਼ਾਮਲ ਹੈ, ਸਾਰੀਆਂ ਹੀ ਪਿੰਡ ਜਾ ਕੇ ਖਪਤਕਾਰਾਂ ਨੂੰ ਦਾ ਸਹਿਯੋਗ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਔਰ ਉਹਨਾਂ ਦੀ ਮੰਗ ਵੀ ਹੈਗੀ ਆ ਵੀ ਜਿਹੜਾ ਪ੍ਰੀਪੇਡ ਮੀਟਰ ਆ ਅਸਲ ਵਿੱਚ ਇਹਦੀ ਇੰਨੀ ਜ਼ਿਆਦਾ ਖਪਤ ਹੈਗੀ ਆ ਵੀ ਤੁਹਾਡੀ 600 ਯੂਨਿਟ ਦੀ ਮਾਫੀ ਕੱਟ ਕੇ ਵੀ ਠੀਕ ਆ ਉੱਪਰ ਹਜ਼ਾਰਾਂ ਯੂਨਿਟ ਬਲ ਰਹੇ ਹੈਗੇ ਆ। ਅਸੀਂ ਜੇ ਟਰਾਈ ਕਰਨਾ ਹੋਵੇ ਇਹ ਇਲੈਕਟ੍ਰੋਨਿਕਸ ਮੀਟਰ ਜਿਹੜਾ ਲੱਗਾ ਵਾ ਇਹ ਵੀ ਚਲਾ ਕੇ ਦੇਖ ਲਈਏ ਤੇ ਫਿਰ ਵੀ ਮਾਫੀ ਕੱਟ ਕੇ ਵੀ ਬਹੁਤ ਵੱਡੇ ਬਿੱਲ ਆ ਰਹੇ, ਕਿਉਂਕਿ ਬਿੱਲਾਂ ਦੀ ਜਿਹੜੀ ਯੂਨਿਟਾਂ ਦੀ ਕੀਮਤ ਆ ਉਹ ਬਹੁਤ ਵੱਡੇ ਪੱਧਰ ਤੇ ਇਹਨਾਂ ਸਮਿਆਂ ਵਿੱਚ ਇਹਦਾ ਵਾਧਾ ਕਰ ਦਿੱਤਾ ਗਿਆ ਵਾ। ਤਾਂ ਜੇ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ, ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀਪੇਡ ਮੀਟਰ ਆ, ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਢਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇਣੇ ਹੈਗੇ ਆ, ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ, ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ। ਨਾ ਕੰਪਨੀਆਂ ਨੂੰ ਰੀਡਿੰਗ ਲੈਣ ਵਾਲਾ ਚਾਹੀਦਾ, ਨਾ ਬਿੱਲ ਵੰਡਣ ਵਾਲਾ ਚਾਹੀਦਾ, ਉਹ ਮੈਨ ਪਾਵਰ ਇਸਤੇਮਾਲ ਨਹੀਂ ਕਰਨਾ ਚਾਹੁੰਦੀਆਂ। ਔਰ ਜੇ ਅਸੀਂ ਪ੍ਰੀਪੇਡ ਮੀਟਰ ਜਿੰਨੇ ਵੀ ਪੰਜਾਬ ਦੇ ਖਪਤਕਾਰ ਉਤਾਰ ਕੇ ਜਿਹੜੇ ਇਹ ਦਫ਼ਤਰਾਂ 'ਚ ਜਮ੍ਹਾਂ ਕਰਾ ਦਿੰਦੇ ਆ ਤੇ ਫਿਰ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿੱਚ ਬਹੁਤ ਵੱਡਾ ਅੜਿੱਕਾ ਬਣਾਂਗੇ ਵੀ ਇਹ ਵਿਕਣਾ ਨਹੀਂ ਹੈਗਾ। ਦੂਸਰਾ, ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਵੀ ਜਿਹੜੇ ਘਰੇਲੂ ਬਿੱਲ ਨੇ ਉਹਨਾਂ ਦਾ ਬਿੱਲਾਂ ਦਾ ਬਾਈਕਾਟ ਕਰਨਾ ਵਾ, ਇਹ ਨਹੀਂ ਹੈ ਕਿਸਾਨ ਮਜ਼ਦੂਰ ਮੋਰਚੇ ਦਾ ਸਟੈਂਡ। ਸੈਕੰਡਲੀ ਇਹ ਹੈ ਵੀ ਜੇਕਰ ਸਰਕਾਰ ਇਹ ਪ੍ਰੀਪੇਡ ਮੀਟਰ ਉਤਾਰਨ ਤੋਂ ਬਾਅਦ ਆਪਣੇ ਦਫ਼ਤਰਾਂ ਦੇ ਅੰਦਰੋਂ ਜੁਰਮਾਨਾ ਪਾਉਂਦੀ ਆ ਖਪਤਕਾਰਾਂ ਨੂੰ ਔਰ ਇਹਦੋਂ ਗਾਹਾਂ ਜੇ ਉਹਨਾਂ ਨੂੰ ਬਿੱਲ ਐਵਰੇਜ ਨਾ ਭੇਜਦੀ ਆ, ਇਹਦਾ ਤਿੱਖਾ ਵਿਰੋਧ ਕਰਾਂਗੇ। ਇਹ ਫਿਰ ਤਰਨੇ ਨਹੀਂ ਹੈਗੇ। ਜਾਂ ਸਾਨੂੰ ਪੁਰਾਣੇ ਮੀਟਰ ਲਿਆ ਕੇ ਸਾਡੇ ਘਰਾਂ 'ਚ ਲਾ ਦਿਓ, ਫਿਰ ਜਿਵੇਂ ਬਿੱਲ ਪਹਿਲੋਂ ਤਾਰੇ ਜਾਂਦੇ ਸੀ ਉਵੇਂ ਹੀ ਤਰਦੇ ਰਹਿਣਗੇ। ਇਸ ਕਰਕੇ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜੀਆਂ ਹੋਈਆਂ ਨੇ, ਉਵੇਂ ਵੀ ਅਸੀਂ ਪੰਜਾਬ ਦੀਆਂ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਵੀ ਜਿੱਡਾ ਵੱਡਾ ਇਹ ਮਸਲਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ
ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ। ਆਉਣ ਵਾਲੇ ਸਮੇਂ ਦੇ ਵਿੱਚ 17 ਤੇ 18 ਨੂੰ ਕੈਮਮ ਦਾ ਪੰਜਾਬ ਦੀਆਂ ਤੇ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫ਼ਤਰਾਂ 'ਚ ਸ਼ੁਰੂ ਹੋਣਾ, ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ। ਅੱਜ ਜਿਹੜੇ ਮੀਟਰ ਆ ਉਤਾਰ ਕੇ ਨੇੜੇ ਦੇ ਜਿਹੜੇ ਬਿਜਲੀ ਘਰ ਆ ਉਹਨਾਂ 'ਚ ਜਮ੍ਹਾਂ ਕਰਾਏ ਜਾਣਗੇ। ਯੂਰੋਪੀਅਨ ਮੁਲਕਾਂ ਤੋਂ ਹਿਮਾਇਤ ਲੈਣ ਲਈ ਦੌਰਾ ਕਰ ਰਹੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਅੱਜ ਰੋਮ ਦਾ ਦੌਰਾ ਕੀਤਾ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਯੂਕਰੇਨ ਦਾ ਕੋਈ ਵੀ ਇਲਾਕਾ ਰੂਸ ਦੇ ਸਪੁਰਦ ਨਹੀਂ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੇਸ਼ ਸ਼ਾਂਤੀ ਯੋਜਨਾ ਵਿੱਚ ਯੂਕਰੇਨ ਦੇ ਕੁਝ ਇਲਾਕੇ ਰੂਸ ਹਵਾਲੇ ਕਰਨ ਦੀ ਤਜਵੀਜ਼ ਹੈ। ਟਰੰਪ ਲਗਾਤਾਰ ਜ਼ੈਲੈਂਸਕੀ ਤੇ ਸ਼ਾਂਤੀ ਯੋਜਨਾ ਮੰਨਣ ਲਈ ਦਬਾਅ ਪਾ ਰਹੇ ਹਨ। ਜ਼ੈਲੈਂਸਕੀ ਨੇ ਪੋਪ ਲੀਓ ਨਾਲ ਉਹਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਅਸੀਂ ਕੁਝ ਵੀ ਨਹੀਂ ਦੇਣਾ ਚਾਹੁੰਦੇ। ਅਮਰੀਕੀ ਅੱਜ ਹੀ ਸਮਝੌਤਾ ਕਰਵਾਉਣਾ ਚਾਹੁੰਦੇ ਹਨ। ਬਿਨਾਂ ਸ਼ੱਕ ਰੂਸ ਦਬਾਅ ਪਾ ਰਿਹਾ ਹੈ ਕਿ ਅਸੀਂ ਆਪਣੇ ਇਲਾਕੇ ਛੱਡੀਏ, ਪਰ ਯੂਕਰੇਨੀ ਕਾਨੂੰਨ ਤੇ ਸੰਵਿਧਾਨ ਮੁਤਾਬਕ ਮੇਰੇ ਕੋਲ ਅਜਿਹੇ ਅਖਤਿਆਰ ਨਹੀਂ ਹਨ ਅਤੇ ਨਾ ਹੀ ਕੋਈ ਨੈਤਿਕ ਹੱਕ ਹੈ। ਉਧਰ ਸੋਮਵਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਅਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨੇ ਜ਼ੈਲੈਂਸਕੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਹਿਮਾਇਤ ਦਿੱਤੀ। ਇਸ ਦੌਰਾਨ ਰੂਸ ਨੇ ਯੂਕਰੇਨ ਤੇ 110 ਡਰੋਨ ਦਾਗੇ, ਜਿਨ੍ਹਾਂ ਵਿੱਚੋਂ 84 ਖੁੰਡ ਦਿੱਤੇ ਗਏ। ਯੂਕਰੇਨ ਦੇ ਊਰਜਾ ਪਲਾਂਟਾਂ ਤੇ ਹਮਲਿਆਂ ਕਾਰਨ ਕਈ ਖਿੱਤਿਆਂ ਵਿੱਚ ਬਲੈਕਆਊਟ ਰਿਹਾ। ਯੂਕਰੇਨ ਨੇ ਵੀ ਰੂਸ ਤੇ ਡਰੋਨ ਹਮਲੇ ਕੀਤੇ, ਜਿਨ੍ਹਾਂ ਵਿੱਚੋਂ ਰੂਸੀ ਹਵਾਈ ਫੌਜ ਨੇ 121 ਡਰੋਨ ਸੁੱਟ ਲਏ। ਯੂਰਪ ਸੰਘ ਦੇ ਅਧਿਕਾਰੀਆਂ ਨੇ ਪ੍ਰਵਾਸ ਪ੍ਰਣਾਲੀ ਵਿੱਚ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਲਈ ਹੈ। ਇਸ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਅਤੇ ਹਿਰਾਸਤ ਵਿੱਚ ਲੈਣ ਦੇ ਨਿਯਮ ਸਖਤ ਕੀਤੇ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਰੋਪੀਅਨ ਨੀਤੀਆਂ ਨੂੰ ਕਮਜ਼ੋਰ ਦੱਸੇ ਜਾਣ ਮਗਰੋਂ ਬ੍ਰਸਲਜ਼ ਵਿੱਚ ਮੰਤਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸੁਰੱਖਿਅਤ ਤੀਜੇ ਦੇਸ਼ ਦੇ ਸਿਧਾਂਤ ਤੇ ਸਹਿਮਤੀ ਬਣੀ ਹੈ। ਇਸ ਦਾ ਮਤਲਬ ਹੈ ਕਿ ਜੇ ਕੋਈ ਪ੍ਰਵਾਸੀ ਸੁਰੱਖਿਅਤ ਦੇਸ਼ ਤੋਂ ਆਉਂਦਾ ਹੈ ਤਾਂ ਉਸ ਨੂੰ ਸ਼ਰਨ ਦੇਣ ਤੋਂ ਇਨਕਾਰ ਕਰਕੇ ਤੁਰੰਤ ਵਾਪਸ ਭੇਜਿਆ ਜਾ ਸਕਦਾ ਹੈ। ਡੈਨਿਸ਼ ਮੰਤਰੀ ਰਾਸਮਸ ਐਸ ਨੇ ਕਿਹਾ ਕਿ ਯੂਰਪ ਵਿੱਚ ਦਾਖਲੇ ਦਾ ਕੰਟਰੋਲ ਮਨੁੱਖੀ ਤਸਕਰਾਂ ਦੀ ਥਾਂ ਚੁਣੀਆਂ ਹੋਈਆਂ ਸਰਕਾਰਾਂ ਕੋਲ ਹੋਣਾ ਚਾਹੀਦਾ ਹੈ। ਮੈਂਬਰ ਦੇਸ਼ਾਂ ਨੇ ਸ਼ਰਨਾਰਥੀਆਂ ਦੇ ਖਰਚੇ ਵੰਡਣ ਲਈ ਪੂਲ ਬਣਾਉਣ ਤੇ ਵੀ ਹਾਮੀ ਭਰੀ ਹੈ। ਇਸ ਤਹਿਤ 430 ਮਿਲੀਅਨ ਯੂਰੋ ਇਕੱਠੇ ਕੀਤੇ ਜਾਣਗੇ। ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀ ਜਾਇਦਾਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਬਠਿੰਡਾ ਥਰਮਲ ਕਲੋਨੀ ਵੇਚਣ ਦਾ ਫੈਸਲਾ ਕੀਤਾ ਹੈ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਸ ਨੇ ਕਲੋਨੀ ਦੀ 165 ਏਕੜ ਜ਼ਮੀਨ ਵੇਚਣ ਲਈ ਹਰੀ ਝੰਡੀ ਦੇ ਦਿੱਤੀ ਹੈ। ਬੋਰਡ ਦਾ ਇਹ ਫੈਸਲਾ ਏਜੰਡਾ ਨੰਬਰ 3 ਤਹਿਤ 21 ਨਵੰਬਰ 2025 ਨੂੰ ਕੀਤਾ ਗਿਆ, ਜਿਸ ਦੀ ਕਾਪੀ ਵੀ ਮੌਜੂਦ ਹੈ। ਜਾਣਕਾਰੀ ਅਨੁਸਾਰ ਬਠਿੰਡਾ ਥਰਮਲ ਕਲੋਨੀ ਸਾਲ 1972 ਦੇ ਆਸ-ਪਾਸ ਉਸਾਰੀ ਗਈ ਸੀ ਤੇ ਕਰੀਬ 284 ਏਕੜ ਰਕਬੇ ਵਿੱਚ ਇਸ ਕਲੋਨੀ ਦੇ 4 ਬਲਾਕ ਬਣਾਏ ਸਨ। ਮੌਜੂਦਾ ਸਮੇਂ ਥਰਮਲ ਕਲੋਨੀ ਦੇ ਬਲਾਕ ਸੀ ਅਤੇ ਬਲਾਕ ਡੀ ਵੇਚੇ ਜਾਣੇ ਹਨ। ਇਸ ਕਲੋਨੀ ਵਿੱਚ ਕੁੱਲ 1495 ਮਕਾਨ ਹਨ, ਜਿਨ੍ਹਾਂ ਵਿੱਚੋਂ 235 ਮਕਾਨਾਂ ਵਿੱਚ ਮੁਲਾਜ਼ਮ ਤੇ ਅਫਸਰ ਰਹਿ ਰਹੇ ਹਨ। ਬਲਾਕ ਸੀ ਅਤੇ ਬਲਾਕ ਡੀ ਵਿੱਚ 320 ਮਕਾਨ ਬਣੇ ਹਨ। ਬੋਰਡ ਦੇ ਮੁੱਢਲੇ ਪੜਾਅ ਤੇ ਕੁੱਲ 284 ਏਕੜ ਚੋਂ 165 ਏਕੜ ਜ਼ਮੀਨ ਪਾਵਰਕੌਮ ਤੋਂ ਪੁੜਾ ਦੇ ਨਾਮ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਲੋਨੀ ਵਿੱਚ ਮੁਲਾਜ਼ਮ ਜਾਂ ਅਫਸਰਾਂ ਨੂੰ ਮਕਾਨ ਅਲੋਟ ਨਾ ਕਰਨ ਦਾ ਫੈਸਲਾ ਕੀਤਾ ਗਿਆ। ਬਲਾਕ ਡੀ ਵਿੱਚ ਰਹਿੰਦੇ ਮੁਲਾਜ਼ਮਾਂ ਨੂੰ ਵੀ ਦੂਜੇ ਬਲਾਕ ਵਿੱਚ ਸ਼ਿਫਟ ਕੀਤਾ ਜਾਵੇਗਾ। ਕਲੋਨੀ ਦੀ ਵੇਚੀ ਜਾਣ ਵਾਲੀ ਸੰਪੱਤੀ ਵਿੱਚ 80% ਹਿੱਸਾ ਪਾਵਰਕੌਮ ਅਤੇ 20% ਹਿੱਸਾ ਪੁੜਾ ਦਾ ਹੋਵੇਗਾ। ਇਸ ਤੋਂ ਇਲਾਵਾ ਬਠਿੰਡਾ ਥਰਮਲ ਦੀ ਅੰਬੂਜਾ ਸੀਮੈਂਟ ਫੈਕਟਰੀ ਦੇ ਨਾਲ ਲੱਗਦੀ 91 ਏਕੜ ਜ਼ਮੀਨ ਤੇ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਕਲੋਨੀ ਵਿਕਸਿਤ ਕੀਤੀ ਜਾਣੀ ਹੈ, ਜਿਸ ਦਾ ਰਸਮੀ ਐਲਾਨ ਜਨਵਰੀ ਵਿੱਚ ਹੋਣ ਦੀ ਸੰਭਾਵਨਾ ਹੈ। ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਦਾ ਲਗਾਤਾਰ ਪਾਵਰਕੌਮ ਦੇ ਮੁਲਾਜ਼ਮ, ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਨਿਮਾਣੇ ਸਿੱਖ ਦੇ ਜਿਹੜੀ ਵੀ ਤਨਖਾਹ ਲਾਈ ਹੈ, ਜਿਹੜੀ ਮੈਨੂੰ ਧਾਰਮਿਕ ਸਜ਼ਾ ਲਾਈ ਹੈ, ਉਹਦੀ ਜਿਹੜੀ ਤਨਖਾਹ ਦਾ ਅੱਜ ਦੂਜਾ ਦਿਨ। ਸਤਿਗੁਰੂ ਰਹਿਮਤ ਕਰਨ, ਜੀਵਨ ਦੇ ਵਿੱਚ ਵੀ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਰੱਖਣ। ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ, ਉਹਦੀ ਵੀ ਜਿਹੜੀ ਹੈ ਇਨ ਬਿਨ ਪੂਰਤੀ ਜਿਹੜੀ ਹੈ ਗੁਰਮਤਿ ਮਰਜ਼ਾਦਾ ਦੇ ਅਨੁਸਾਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਲੈਣ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਲਾਈ ਤਨਖਾਹ ਨੂੰ ਪੂਰਾ ਕਰਨ ਲਈ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਘਰ ਵਿੱਚ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ।
ਅਕਾਲੀ ਆਗੂ ਵਲਟੋਹਾ ਨੇ ਗੁਰੂ ਘਰ ਵਿਖੇ 1 ਘੰਟਾ ਸੰਗਤਾਂ ਦੇ ਜੋੜੇ ਝਾੜਨ ਅਤੇ 1 ਘੰਟਾ ਲੰਗਰ ਘਰ ਵਿੱਚ ਝੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ। ਇਸ ਸੰਬੰਧ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਆਖਿਆ ਕਿ ਉਹਨਾਂ ਕੋਲੋਂ ਗਲਤੀ ਹੋਈ ਸੀ, ਜਿਸ ਦੀ ਉਹਨਾਂ ਹਿਮਾ ਯਾਚਨਾ ਕੀਤੀ ਹੈ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਸੰਬੰਧ ਵਿੱਚ ਉਹਨਾਂ ਨੂੰ ਮਾਨਸਿਕ ਸ਼ੁੱਧੀ ਵਾਸਤੇ ਤਨਖਾਹ ਲਾਈ ਗਈ ਹੈ। ਉਹ ਨਿਮਰਤਾ ਸਹਿਤ ਸੇਵਾ ਨੂੰ ਪੂਰਾ ਕਰਨਗੇ। ਗੁਰੂ ਸਾਹਿਬ ਨੇ ਸਿੱਖੀ ਸਿਧਾਂਤ ਤਹਿਤ ਕਿਸੇ ਵੀ ਤਰ੍ਹਾਂ ਦੀ ਅਵਗਿਆ ਹੋਣ ਤੇ ਮਾਨਸਿਕ ਸ਼ੁੱਧੀ ਵਾਸਤੇ ਸੰਗਤ ਦੀ ਸੇਵਾ ਕਰਨ ਅਤੇ ਨਾਮ ਸਿਮਰਨ ਕਰਨ ਦਾ ਰਾਹ ਦੱਸਿਆ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਵੀ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਤਨਖਾਹ ਤਹਿਤ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਜੋੜੇ ਝਾੜਨ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ ਹੈ। ਨਿਰਵੈਰ ਖਾਲਸਾ ਜਥਾ ਯੂਕੇ ਨਾਲ ਸੰਬੰਧਿਤ ਭਾਈ ਹਰਿੰਦਰ ਸਿੰਘ ਨੇ ਗੁਰਮਤਿ ਪ੍ਰਤੀ ਕੀਤੀਆਂ ਆਪਣੀਆਂ ਗਲਤ ਬਿਆਨੀਆਂ ਲਈ ਹਿਮਾ ਯਾਚਨਾ ਕੀਤੀ ਸੀ। ਉਹਨਾਂ ਨੇ ਸਵੀਕਾਰਿਆ ਕਿ ਉਹਨਾਂ ਵੱਲੋਂ ਦਿੱਤੇ ਗਏ ਕੁਝ ਬਿਆਨ ਸਿੱਖ ਰਹਿਤ ਮਰਿਆਦਾ ਨਾਲ ਮੇਲ ਨਹੀਂ ਖਾਂਦੇ ਸਨ। ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ, ਉਸ ਹੁਕਮ ਦੀ ਪੂਰਤੀ ਕਰਨ ਵਾਸਤੇ ਬਤੌਰ ਇੱਕ ਨਿਮਾਣੇ ਸਿੱਖ ਦੇ ਜਿਹੜੀ ਵੀ ਤਨਖਾਹ ਲਾਈ ਹੈ, ਜਿਹੜੀ ਮੈਨੂੰ ਧਾਰਮਿਕ ਸਜ਼ਾ ਲਾਈ ਹੈ, ਉਹਦੀ ਜਿਹੜੀ ਤਨਖਾਹ ਦਾ ਅੱਜ ਦੂਜਾ ਦਿਨ ਹੈ। ਸਤਿਗੁਰੂ ਰਹਿਮਤ ਕਰਨ, ਜੀਵਨ ਦੇ ਵਿੱਚ ਵੀ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਰੱਖਣ ਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ ਉਹਦੀ ਵੀ ਜਿਹੜੀ ਹੈ ਇਨ ਬਿਨ ਪੂਰਤੀ ਜਿਹੜੀ ਹੈ ਗੁਰਮਤਿ ਮਰਿਆਦਾ ਦੇ ਅਨੁਸਾਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਲੈਣ।